ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ। 30,000 ਮਾਪਿਆਂ ਨੂੰ ਸਪਾਂਸਰ ਕਰਨ ਲਈ ਲੋਟਰੀ ਸਿਸਟਮ ਖੋਲੇਗੀ ਕੈਨੇਡਾ ਸਰਕਾਰ। ਅਦਾਲਤ ਵੱਲੋਂ ਪ੍ਰਵਾਸੀ ਬੱਚਿਆਂ ਦੀ ਤਰਫਦਾਰੀ ਕਰਨ ਵਾਲਾ ਓਬਾਮਾ ਪ੍ਰਸ਼ਾਸਨ ਦਾ ਪ੍ਰੋਗਰਾਮ ਗੈਰ ਕਾਨੂੰਨੀ ਕਰਾਰ। ਡਾਕਾ ਪ੍ਰੋਗਰਾਮ ਤਹਿਤ ਨਵੀਆਂ ਦਰਖਾਸਤਾਂ ਲੈਣ ਤੇ ਲਾਈ ਰੋਕ। ਦਸਤਾਵੇਜ਼ਾਂ ਤੋਂ ਬਗੈਰ ਰਹਿ ਰਹੇ ਲੋਕਾਂ ਨੂੰ ਪੱਕੇ ਕਰਨ ਲਈ ਨਹੀਂ ਮੰਨੀ ਯੂਕੇ ਦੀ ਕੰਜ਼ਰਵੇਟਿਵ ਸਰਕਾਰ। ਅਮਰੀਕਾ ਨੇ ਭਾਰਤ ਲਈ ਯਾਤਰਾ ਸਲਾਹ ਵਿੱਚ ਦਿੱਤੀ ਢਿੱਲ। ਵਾਈਡਨ ਪ੍ਰਸ਼ਾਸਨ ਨੇ ਗੁਆਂਟਨਾਮੋ ਡਿਟੈਂਸ਼ਨ ਸੈਂਟਰ ਤੋਂ ਪਹਿਲੇ ਨਜ਼ਰਬੰਦੀ ਨੂੰ ਭੇਜਿਆ ਵਾਪਸ। ਡਾਕਟਰ SP ਸਿੰਘ ਉਬਰਾਏ ਮੁੜ ਅਫਗਾਨੀ ਸ਼ਰਨਾਰਥੀਆਂ ਲਈ ਬਣੇ ਰੱਬੀ ਫਰਿਸ਼ਤਾ। ਦੇਸ਼ ਭਰ ਵਿੱਚ ਈਦ ਉਲ ਅਦਾ ਤਿਉਹਾਰ ਮੌਕੇ ਅਫਗਾਨੀ ਸ਼ਰਨਾਰਥੀਆਂ ਨੂੰ ਰਾਸ਼ਨ ਕਰਵਾਇਆ ਮੁਹੱਈਆ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਹੁਣ ਕੈਨੇਡੀਅਨ ਸਿਟੀਜ਼ਨ ਅਤੇ PR ਲਈ ਆਪਣੇ ਮਾਪਿਆਂ ਅਤੇ ਦਾਦਾ ਦਾਦੀਆਂ ਨੂੰ ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਸਪਾਂਸਰ ਕਰਨ ਲਈ ਆ ਰਹੇ ਸਤੰਬਰ ਮਹੀਨੇ ਵਿੱਚ ਲਗਭਗ 30,000 ਲੋਕਾਂ ਨੂੰ ਬਣਾਉਣ ਲਈ ਲੋਟਰੀ ਸਿਸਟਮ ਲਗਾਏਗੀ। ਮਾਪਿਆਂ ਅਤੇ ਦਾਦਾ ਦਾਦੀ ਪ੍ਰੋਗਰਾਮ 2021 ਲਈ ਇੱਕ ਵਾਰ ਫਿਰ ਲੋਟਰੀ ਲਗਾਈ ਜਾਵੇਗੀ। ਇਹ ਲੋਟਰੀ 20 ਸਤੰਬਰ 2021 ਦੇ ਪਹਿਲੇ ਹਫ਼ਤੇ ਦੌਰਾਨ ਲੱਗੇਗੀ, ਜਿਸ ਤੋਂ ਬਾਅਦ 2 ਹਫ਼ਤਿਆਂ ਦੌਰਾਨ ਈਮੇਲ ਰਾਹੀਂ ਚੁਣੇ ਗਏ ਵਿਅਕਤੀਆਂ ਨੂੰ ਅਪਲਾਈ ਕਰਨ ਲਈ ਸੱਦੇ ਪੱਤਰ ਭੇਜੇ ਜਾਣਗੇ। ਬੁਲਾਏ ਗਏ ਵਿਅਕਤੀਆਂ ਕੋਲ ਕੈਨੇਡੀਅਨ ਸਰਕਾਰ ਨੂੰ ਆਪਣੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਜਮ੍ਹਾਂ ਕਰਨ ਲਈ 60 ਦਿਨ ਹੋਣਗੇ। ਬਿਨੇਕਾਰ ਨੂੰ ਸਾਲ 2018, 19 ਅਤੇ 2020 ਦੀ ਆਪਣੀ ਇਨਕਮ ਵਿਖਾਉਣੀ ਪਵੇਗੀ, ਜਿਸ ਵਿੱਚ CERB ਅਤੇ EI ਦੀ ਇਨਕਮ ਵੀ ਵਿਖਾਈ ਜਾ ਸਕਦੀ ਹੈ। ਇਹ ਲੋਟਰੀ ਸਿਸਟਮ ਅਤੇ PGP ਸਨ 2021 ਦੇ ਹੋਰ ਵੇਰਵਿਆਂ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨੋ ਨੇ ਜਾਰੀ ਕੀਤੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਲੋਟਰੀ ਸਿਸਟਮ ਦੀ ਕੈਨੇਡਾ ਵਿਖੇ ਕਾਫੀ ਸਮੇਂ ਤੋਂ ਲਗਾਤਾਰ ਆਲੋਚਨਾ ਹੁੰਦੀ ਰਹੀ ਅਤੇ ਇਸ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ। ਬੀਤੇ ਦਿਨੀ ਬਰੈਂਪਟਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਕੈਨੇਡਾ ਆਉਣ ਵਾਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਨੂੰ ਹੋਰ ਨਰਮ ਕਰਨ ਤੇ ਪੂਰਾ ਜ਼ੋਰ ਦੇਵੇਗਾ, ਕਿਉਂਕਿ ਕੈਨੇਡਾ ਇਮੀਗ੍ਰਾਂਟਸ ਦਾ ਮੁਲਕ ਹੈ। ਜਦੋਂ ਕਿ ਫਰਾਡ ਵਿਆਹਾਂ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮੀਡੀਆ ਵੱਲੋਂ ਸਖਤੀ ਦੀ ਮੰਗ ਕੀਤੀ ਜਾ ਰਹੀ ਸੀ। ਹਿਊਸਟਨ ਦੀ ਇੱਕ ਸੰਘੀ ਅਦਾਲਤ ਨੇ ਇੱਕ ਅਹਿਮ ਨਿਰਣੇ 'ਚ ਬਿਨੇ ਦਸਤਾਵੇਜ਼ਾਂ ਵਾਲੇ ਪ੍ਰਵਾਸੀ ਜੋ ਅਮਰੀਕਾ 'ਚ ਬੱਚਿਆਂ ਦੇ ਰੂਪ ਵਿੱਚ ਆਏ ਸਨ ਦੀ ਤਰਫਦਾਰੀ ਕਰਨ ਵਾਲਾ ਓਬਾਮਾ ਪ੍ਰਸ਼ਾਸਨ ਦਾ ਪ੍ਰੋਗਰਾਮ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਤੇ ਇਸ ਪ੍ਰੋਗਰਾਮ ਤਹਿਤ ਨਵੀਆਂ ਦਰਖਾਸਤਾਂ ਲੈਣ ਉੱਪਰ ਰੋਕ ਲਾ ਦਿੱਤੀ। ਇਹ ਨਿਰਣਾ US ਡਿਸਟ੍ਰਿਕਟ ਜੱਜ ਐਂਡਰਿਊ ਹੇਨਨ ਨੇ ਟੈਕਸਾਸ ਤੇ ਹੋਰ ਰਾਜਾਂ ਵੱਲੋਂ ਓਬਾਮਾ ਪ੍ਰਸ਼ਾਸਨ ਦੇ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਸ ਪ੍ਰੋਗਰਾਮ ਨੂੰ ਚੁਣੌਤੀ ਦੇਣ ਸੰਬੰਧੀ 2018 ਚ ਪਟੀਸ਼ਨ 'ਚ ਬੇਨਤੀ ਕੀਤੀ ਗਈ ਸੀ ਕਿ ਇਸ ਪ੍ਰੋਗਰਾਮ ਨਾਲ ਸੰਵਿਧਾਨ ਦੀ ਉਲੰਘਣਾ ਹੋਈ ਹੈ ਤੇ ਕਾਂਗਰਸ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਸੰਘੀ ਅਦਾਲਤ ਦਾ ਇਹ ਨਿਰਣਾ 2017 ਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਉਸ ਨਿਰਣੇ ਦੇ ਉਲਟ ਹੈ, ਜਿਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ DACA ਪ੍ਰੋਗਰਾਮ ਖਤਮ ਕਰਨ ਦੀ ਕੋਸ਼ਿਸ਼ ਗੈਰ ਕਾਨੂੰਨੀ ਹੈ। ਇਸ ਤੋਂ ਪਹਿਲਾਂ ਇਸੇ ਸਾਲ ਨਿਊਯਾਰਕ ਦੇ ਇੱਕ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਸੀ ਕਿ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਲਿਆਂਦਾ ਪ੍ਰੋਗਰਾਮ ਬਹਾਲ ਕੀਤਾ ਜਾਵੇ। DACA ਪ੍ਰੋਗਰਾਮ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੂਨ 2012 ਚ ਲਿਆਂਦਾ ਸੀ, ਜਿਸ ਤਹਿਤ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਆਏ ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ਉੱਪਰ ਰੋਕ ਲਾ ਦਿੱਤੀ ਸੀ ਤੇ ਇਹਨਾਂ ਬੱਚਿਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਪ੍ਰੋਗਰਾਮ ਤਹਿਤ ਜਿਹੜੇ ਬੱਚੇ ਬਿਨਾਂ ਦਸਤਾਵੇਜ਼ 16 ਸਾਲ ਤੋਂ ਘੱਟ ਉਮਰ 'ਚ ਅਮਰੀਕਾ ਆਏ ਸਨ ਤੇ ਜੂਨ 2012 ਚ 31 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ ਨੂੰ 2 ਸਾਲ ਦਾ ਬਿਨਾਂ ਕਿਸੇ ਪੁੱਛਗਿੱਛ ਤੇ ਵਰਕ ਪਰਮਿਟ ਦੇਣ ਤੇ ਵਰਕ ਪਰਮਿਟ ਨਿਵਿਆਉਣ ਦੀ ਵਿਵਸਥਾ ਹੈ। UK 'ਚ ਚਿਰਾਂ ਤੋਂ ਬਗੈਰ ਦਸਤਾਵੇਜ਼ਾਂ ਤੋਂ ਰਹਿ ਰਹੇ ਕੱਚੇ ਲੋਕਾਂ ਨੂੰ ਸਥਾਈ ਤੌਰ ਤੇ ਰਹਿਣ ਦਾ ਅਧਿਕਾਰ ਦੇਣ ਲਈ 1 ਲੱਖ ਤੋਂ ਵੱਧ ਦਸਤਖਤਾਂ ਵਾਲੀ ਦਾਇਰ ਪਟੀਸ਼ਨ ਤੇ ਕੱਲ੍ਹ ਸ਼ਾਮੀ ਬਰਤਾਨੀਆ ਦੀ ਸੰਸਦ 'ਚ ਬਹਿਸ ਹੋਈ। ਇਸ ਬਹਿਸ ਵਿੱਚ ਦਰਜਨ ਦੇ ਕਰੀਬ ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸ ਪਟੀਸ਼ਨ ਤੇ ਬਹਿਸ ਦੀ ਚੇਅਰਮੈਨੀ ਸਟੀਵਰਟ ਹੋਸੀ ਨੇ ਕੀਤੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਟੌਮ ਹੰਟ ਨੇ ਪਟੀਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ, ਇਸ ਪਟੀਸ਼ਨ ਤੇ 1,03,440 ਲੋਕਾਂ ਨੂੰ ਦਸਤਖਤ ਕੀਤੇ ਹਨ। ਬਹਿਸ ਦੀ ਸ਼ੁਰੂਆਤ ਕਰਦਿਆਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਬਗੈਰ ਦਸਤਾਵੇਜ਼ਾਂ ਤੋਂ ਰਹਿ ਰਹੇ ਲੋਕਾਂ ਤੋਂ ਦੇਸ਼ ਨੂੰ ਖਤਰਾ ਨਹੀਂ ਹੈ। ਬਹੁਗਿਣਤੀ ਲੋਕ ਕੰਮ ਕਰਨ, ਆਪਣਾ ਤੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਨੇ। ਅਜਿਹੇ ਲੋਕਾਂ ਨੂੰ ਕਾਨੂੰਨੀ ਤੌਰ ਤੇ ਇੱਥੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ। ਇਹਨਾਂ ਲੋਕਾਂ ਨੇ ਆਪਣੇ ਹੁਨਰ ਅਤੇ ਤਜਰਬੇ ਨੂੰ ਵਿਕਸਿਤ ਕੀਤਾ ਹੈ। ਇਹ ਲੋਕ ਦੇਸ਼ ਲਈ ਆਪਣਾ ਯੋਗਦਾਨ ਪਾਉਣ ਲਈ ਬੇਤਾਬ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਵਿੱਚੋਂ 82% ਲੋਕ ਕਾਨੂੰਨੀ ਰਸਤੇ ਦਾਖਲ ਹੋਏ ਹਨ ਜੋ ਬਾਅਦ ਵਿੱਚ ਇਸ ਸਥਿਤੀ 'ਚ ਗਏ।
ਤਨਮਨਜੀਤ ਸਿੰਘ ਢੇਸੀ ਨੇ ਪਟੀਸ਼ਨ ਦੀ ਹਮਾਇਤ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ 2008 ਵਿੱਚ ਲੰਡਨ ਮੇਅਰ ਹੁੰਦੇ ਹੋਏ 2016 'ਚ ਵਿਦੇਸ਼ ਮੰਤਰੀ ਹੁੰਦੇ ਹੋਏ ਕਿਹਾ ਸੀ ਕਿ 10 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਪੱਕੇ ਤੌਰ ਤੇ ਰਹਿਣ ਦਾ ਅਧਿਕਾਰ ਦੇ ਦੇਣਾ ਚਾਹੀਦਾ ਹੈ, ਪਰ ਉਹਨਾਂ ਪਿਛਲੇ 2 ਸਾਲਾਂ ਦੌਰਾਨ ਇਸ ਬਾਰੇ ਕੁਝ ਨਹੀਂ ਕੀਤਾ। ਪਟੀਸ਼ਨ ਦੇ ਜਵਾਬ ਵਿੱਚ ਪ੍ਰਵਾਸੀ ਨੀਤੀ ਮੰਤਰੀ ਕੈਵਿਨ ਫੋਸਟਰ ਨੇ ਕਿਹਾ ਕਿ ਸਰਕਾਰ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਨਹੀਂ ਕਰੇਗੀ ਜੋ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਦਕਿ ਅਸੀਂ ਵਿਸ਼ਵ ਭਰ ਦੇ ਹੁਨਰਮੰਦ ਲੋਕਾਂ ਦਾ ਸਹੀ ਢੰਗ ਨਾਲ ਆਉਣ ਤੇ ਸਵਾਗਤ ਕਰਦੇ ਹਾਂ। ਸਰਕਾਰ ਦੇ ਸਖਤ ਰਵੱਈਏ ਨੇ ਇੱਕ ਵਾਰ ਫਿਰ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਦੂਜੇ ਪਾਸੇ ਸਰਕਾਰ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣ ਲਈ ਵੱਖ-ਵੱਖ ਮੁਲਕਾਂ ਨਾਲ ਸਮਝੌਤੇ ਕਰ ਰਹੀ ਹੈ। ਅਮਰੀਕਾ ਨੇ ਭਾਰਤ ਲਈ ਯਾਤਰਾ ਸਲਾਹ ਵਿੱਚ ਤਬਦੀਲੀ ਕੀਤੀ। ਅਮਰੀਕਾ ਮੁਤਾਬਕ ਹੁਣ ਉਸਨੇ ਯਾਤਰਾ ਲਈ ਇਸ ਨੂੰ ਉੱਚਤਮ ਪੱਧਰ 4 ਤੋਂ ਪੱਧਰ 3 ਕਰ ਦਿੱਤਾ। ਪੱਧਰ 4 ਦਾ ਮਤਲਬ ਹੈ ਕਿ ਬਿਲਕੁਲ ਯਾਤਰਾ ਨਹੀਂ ਕਰਨੀ, ਜਦਕਿ ਪੱਧਰ 3 ਵਿੱਚ ਨਾਗਰਿਕਾਂ ਨੂੰ ਆਪਣੀ ਯਾਤਰਾ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਅਮਰੀਕਾ ਨੇ ਪਾਕਿਸਤਾਨ ਲਈ ਵੀ ਯਾਤਰਾ ਸਲਾਹ ਵਿੱਚ ਸੁਧਾਰ ਕਰਕੇ ਇਸ ਨੂੰ ਵੀ ਪੱਧਰ 4 ਤੋਂ ਪੱਧਰ 3 ਕੀਤਾ। ਖੇਤਰ ਵਿੱਚ ਕੋਵਿਡ-19 ਗਲੋਬਲ ਮਹਾਮਾਰੀ ਦੀ ਸਥਿਤੀ ਤੇ ਵਿਚਾਰ ਕਰਨ ਮਗਰੋਂ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਸਲਾਹ ਵਿੱਚ ਸੁਧਾਰ ਕੀਤਾ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਭਾਰਤ ਲਈ ਪੱਧਰ 3 ਯਾਤਰਾ ਸਿਹਤ ਨੋਟਿਸ ਜਾਰੀ ਕੀਤਾ। ਮੰਤਰਾਲੇ ਨੇ ਕਿਹਾ, ਜੇਕਰ ਤੁਸੀਂ FDA ਵੱਲੋਂ ਅਧਿਕਾਰਤ ਐਂਟੀ ਕੋਵਿਡ-19 ਟੀਕਿਆਂ ਦੀ ਪੂਰੀ ਖੁਰਾਕ ਲੈ ਚੁੱਕੇ ਹੋ ਤਾਂ ਤੁਹਾਡੇ ਪੀੜਤ ਹੋਣ ਅਤੇ ਤੁਹਾਡੇ ਵਿੱਚ ਗੰਭੀਰ ਲੱਛਣ ਦਿਸਣ ਦਾ ਖਤਰਾ ਘੱਟ ਹੋ ਸਕਦਾ ਹੈ। ਕਿਸੇ ਵੀ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਟੀਕਾਕਰਨ ਅਤੇ ਬਿਨਾਂ ਟੀਕਾਕਰਨ ਵਾਲੇ ਯਾਤਰੀਆਂ ਲਈ CDC ਦੇ ਵਿਸ਼ੇਸ਼ ਸੁਝਾਵਾਂ ਦੀ ਸਮੀਖਿਆ ਕਰੋ। ਕੋਵਿਡ-19 ਕਾਰਨ ਭਾਰਤ ਦੀ ਯਾਤਰਾ ਤੇ ਮੁੜ ਵਿਚਾਰ ਕਰੋ। ਅਪਰਾਧ ਅਤੇ ਅੱਤਵਾਦ ਕਾਰਨ ਸਾਵਧਾਨੀ ਵਰਤਣਾ ਸ਼ੁਰੂ ਕਰੋ। ਪੂਰੀ ਦੁਨੀਆ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਗੇ ਸਿੱਖ ਕਾਰੋਬਾਰੀ ਅਤੇ ਸਰਬੱਤਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਉਬਰਾਏ ਨੇ ਆਪਣੀ ਨੇਕ ਕਮਾਈ ਵਿੱਚੋਂ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿੱਚ ਰਹਿ ਰਹੇ ਰਿਫਿਊਜੀ ਅਫਗਾਨਿਸਤਾਨੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਰਾਸ਼ਨ ਮੁਹੱਈਆ ਕਰਵਾਇਆ। ਤੁਹਾਨੂੰ ਦੱਸ ਦਈਏ ਕਿ ਅਫਗਾਨਿਸਤਾਨ ਦੇ ਅੰਬੈਸਡਰ ਫਾਰਿਡ ਮਾਮੁਨਦਜ਼ੇ ਨੇ ਸਰਬੱਤਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ SP ਸਿੰਘ ਉਬਰਾਏ ਨੂੰ ਗੁਹਾਰ ਲਗਾਈ ਸੀ ਕਿ ਉਹ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿੱਚ ਰਹਿ ਰਹੇ ਰਿਫਿਊਜੀ ਅਫਗਾਨਿਸਤਾਨੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਰਾਸ਼ਨ ਮੁਹੱਈਆ ਕਰਵਾਉਣ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ SP ਸਿੰਘ ਉਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅਫਗਾਨਿਸਤਾਨ ਦੀ ਅੰਬੈਸੀ ਦਾ ਮਾਣ ਕਰਦਿਆਂ ਹੋਇਆਂ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ ਵਿੱਚ ਰਹਿ ਰਹੇ ਰਿਫਿਊਜੀ ਅਫਗਾਨਿਸਤਾਨੀਆਂ ਨੂੰ ਰਾਸ਼ਨ ਦੀ 20 ਟਨ ਦੀ ਪਹਿਲੀ ਖੇਪ ਈਦ ਉਲ ਫਿਤਰ ਤੇ ਮੁਹੱਈਆ ਕਰਵਾਈ ਗਈ। ਇਸ ਦੇ ਨਾਲ ਹੀ 40 ਟਨ ਦੀ ਦੂਸਰੀ ਖੇਪ ਈਦ ਉਲ ਅਦਾ ਦੇ ਪਵਿੱਤਰ ਤਿਉਹਾਰ ਮੌਕੇ ਦਿੱਲੀ, ਹੈਦਰਾਬਾਦ, ਪੁਣੇ ਅਤੇ ਕਲਕੱਤਾ 'ਚ ਵਸੇ ਸ਼ਰਨਾਰਥੀਆਂ ਨੂੰ ਮੁਹੱਈਆ ਕਰਵਾਈ ਗਈ। ਉਹਨਾਂ ਨੇ ਅੱਗੇ ਦੱਸਿਆ ਕਿ ਇਸ ਸੰਬੰਧੀ ਤੀਸਰੀ ਖੇਪ ਕਮੇਟੀ ਦੀ ਹਦਾਇਤਾਂ ਅਨੁਸਾਰ ਅਫਗਾਨੀ ਸ਼ਰਨਾਰਥੀਆਂ ਨੂੰ ਜਲਦ ਹੀ मुहैया करवाई जाएगी। हाय गाइस, मेरा नाम जाकुनर है। मैं अफगान रिफ्यूजी के लीडर्स की तरफ से मैं शुक्रिया बोलूँ सारा ये कंपनी से कि हमारा मदद किया। बहुत अच्छा टाइम से रेशन आया कि बहुत लोग बहुत ज़रूरत था इस ईद के खातिर हम शुक्रिया बोलते हैं और लोग भी बहुत खुश हैं आपका, थैंक यू। और बहुत अच्छा टाइम से रेशन आया कि लोग बहुत खुश हैं और रेशन बहुत अच्छा है और सारा लीडर्स की तरफ से मैं शुक्रिया बोलूँ आपका, बहुत बहुत धन्यवाद, थैंक यू, शुक्रिया। ਅਮਰੀਕਾ ਵਿੱਚ ਵਾਈਡਨ ਪ੍ਰਸ਼ਾਸਨ ਅਧੀਨ ਪੈਂਟਾਗਨ ਨੇ ਗੁਆਂਟਾਨਾਮੋ ਬੇ ਵਿੱਚ ਰੱਖੇ ਇੱਕ ਵਿਅਕਤੀ ਨੂੰ ਉਸਦੇ ਜੱਦੀ ਦੇਸ਼ ਮੋਰੱਕੋ ਵਾਪਸ ਭੇਜਿਆ ਹੈ। ਰਿਪੋਰਟਾਂ ਅਨੁਸਾਰ ਇਸ ਨੂੰ ਵਾਈਡਨ ਪ੍ਰਸ਼ਾਸਨ ਦਾ ਪਹਿਲਾ ਨਜ਼ਰਬੰਦੀ ਟ੍ਰਾਂਸਫਰ ਮੰਨਿਆ ਜਾਂਦਾ ਹੈ। ਅਬਦੁਲ ਲਤੀਫ ਨਾਸਰ ਨਾਮ ਦੇ ਵਿਅਕਤੀ ਲਈ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰਸ਼ਾਸਨ ਦੁਆਰਾ 2011 ਵਿੱਚ ਸਥਾਪਿਤ ਪੀਰੀਓਡਿਕ ਰਿਵਿਊ ਬੋਰਡ ਤਹਿਤ ਸਾਲ 2016 ਵਿੱਚ ਦੇਸ਼ ਵਾਪਸੀ ਲਈ ਸਿਫਾਰਿਸ਼ ਕੀਤੀ ਗਈ ਸੀ। ਉਸ ਸਮੇਂ ਬੋਰਡ ਨੇ ਮੁਲਾਂਕਣ ਕੀਤਾ ਸੀ ਕਿ ਨਾਸਰ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖਤਰਾ ਨਹੀਂ ਹੈ ਅਤੇ ਬੋਰਡ ਨੇ ਸਿਫਾਰਿਸ਼ ਕੀਤੀ ਕਿ ਉਸ ਨੂੰ ਵਾਪਸ ਮੋਰੱਕੋ ਭੇਜਿਆ ਜਾਵੇ, ਜਦਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧੀਨ ਨਾਸਰ ਦੀ ਰਿਹਾਈ ਰੁਕ ਗਈ ਸੀ। ਪਰ ਫਰਵਰੀ ਵਿੱਚ ਰਾਸ਼ਟਰਪਤੀ ਬਾਈਡਨ ਨੇ ਘੋਸ਼ਣਾ ਕੀਤੀ ਕਿ ਉਹ ਗੈਰ ਜ਼ਰੂਰੀ ਨਜ਼ਰਬੰਦੀ ਨੂੰ ਬੰਦ ਕਰਨ ਦੀ ਉਮੀਦ ਵਿੱਚ ਕਿਊਬਾ ਦੇ ਗੁਆਂਟਾਨਾਮੋ ਬੇ ਵਿੱਚ ਸਥਿਤ ਅਮਰੀਕੀ ਮਿਲਟਰੀ ਜੇਲ੍ਹ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।
ਜ਼ਿਕਰਯੋਗ ਹੈ ਕਿ ਨਾਸਰ ਪਹਿਲੀ ਵਾਰ ਮਈ 2002 ਵਿੱਚ ਇਸ ਜੇਲ੍ਹ 'ਚ ਪਹੁੰਚੇ ਸਨ। ਅੰਕੜਿਆਂ ਅਨੁਸਾਰ ਕੁੱਲ ਮਿਲਾ ਕੇ 39 ਕੈਦੀ ਗੁਆਂਟਾਨਾਮੋ ਵਿਖੇ ਹਨ। ਇਸ ਜੇਲ੍ਹ ਵਿੱਚ ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਹਨ, ਜਿਨ੍ਹਾਂ ਵਿੱਚ 19/11 ਦਾ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ ਵੀ ਸ਼ਾਮਲ ਹੈ। ਅਮਰੀਕਾ ਨੇ 19/11 ਤੋਂ ਬਾਅਦ ਅਲ-ਕਾਇਦਾ ਅਤੇ ਤਾਲਿਬਾਨ ਨਾਲ ਸੰਬੰਧਾਂ ਦੇ ਦੋਸ਼ੀ ਲੋਕਾਂ ਨੂੰ ਰੱਖਣ ਲਈ ਜਨਵਰੀ 2002 ਵਿੱਚ ਇਸ ਨਜ਼ਰਬੰਦੀ ਕੇਂਦਰ ਨੂੰ ਖੋਲ੍ਹਿਆ ਸੀ। ਬਾਈਡਨ ਪ੍ਰਸ਼ਾਸਨ ਨੇ ਲਾਸ ਏਂਜਲਸ ਵਿੱਚ ਇੱਕ ਫੈਡਰਲ ਅਦਾਲਤ ਨੂੰ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤੋਹੱਵਰ ਰਾਣਾ ਨੂੰ ਭਾਰਤ ਸਪੁਰਦਗੀ ਕਰਨ ਦੀ ਅਪੀਲ ਕੀਤੀ ਹੈ। ਰਾਣਾ 2008 ਦੇ ਬੰਬਈ ਅੱਤਵਾਦੀ ਹਮਲੇ ਕਾਰਨ ਭਾਰਤ ਵਿੱਚ ਮੋਸਟ ਵਾਂਟਡ ਅਪਰਾਧੀ ਹੈ ਅਤੇ ਉਸ ਨੂੰ ਭਾਰਤ ਨੇ ਭਗੌੜਾ ਕਰਾਰ ਕੀਤਾ ਹੋਇਆ ਹੈ। ਲਾਸ ਏਂਜਲਸ ਵਿੱਚ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਵਿੱਚ ਅਮਰੀਕੀ ਸਰਕਾਰ ਨੇ ਦਲੀਲ ਦਿੱਤੀ ਕਿ ਭਾਰਤ ਨੇ ਰਾਣਾ ਦੀ ਸੁਪਰਦਗੀ ਅਪੀਲ ਵਿੱਚ ਹਰੇਕ ਅਪਰਾਧ ਦੋਸ਼ਾਂ ਨੂੰ ਲੈ ਕੇ ਪੁਖਤਾ ਸਬੂਤ ਦਿੱਤੇ। ਤੋਹੱਵਰ ਰਾਣਾ ਤੇ ਭਾਰਤ ਵਿੱਚ 2008 ਦੇ ਬੰਬਈ ਹਮਲੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਈ ਅਪਰਾਧਕ ਦੋਸ਼ ਨੇ। ਉਸ ਨੂੰ ਭਾਰਤ ਦੀ ਹਵਾਲਗੀ ਅਪੀਲ ਤੇ 10 ਜੂਨ 2020 ਨੂੰ ਲਾਸ ਏਂਜਲਸ ਵਿੱਚ ਮੁੜ गिरफ्तार किया गया। पिछले हफ्ते अमेरिकी वकील ने अदालत विच पेश अपने मसौदा मते विच कहा यह देखा गया है कि हवालगी दे प्रमाणीकरण दे लई सारी जरूरतां नूं पूरा किया गया। राणा दे वकील ने अपने प्रस्ताव विच हवालगी दा विरोध किया। दोवें ही दस्तावेज अदालत दे कोल 15 जुलाई नूं पेश किए गए। दस दईए कि 2008 विच बंबई अतवादी हमले विच कथित शामिल होण दा मुलजम तोहब्बर राणा अजे अमेरिका ही हिरासत विच रहेगा। पिछले महीने अमेरिका की एक फैडरल अदालत ने राणा की हवालगी की सुनवाई के दौरान फैसला सुनाया सी कि अजय राणा अमेरिका ही रहेगा। दुनिया भर में हर रोज़ मौसम बदल रहा है। बदलते मौसम नाल चक्रवाती तूफान ते हड़੍ਹ की स्थिति ने सब नूं परेशान कर दिता है। चीन, यूरोप के कई मुल्कों ते अमेरिका सने दुनिया के कई देश हड़੍ਹਾਂ का सामना कर रहे हैं। चीन इस समय 1000 साल च सब तो ज़्यादा बारिश का सामना कर रहा है। यूरोप 100 साल च सब तो भयानक हड़੍ਹ का सामना कर रहा है। यूरोप के कई मुल्कों च जिवें जर्मनी, स्विट्जरलैंड, स्पेन, बेल्जियम, नीदरलैंड ते लग्जमबर्ग विच बारिश का कहर है। चीन की सरकारी सनूहा एजेंसी ने स्थानक सरकार का हवाला देंदे हुए दस्सिया कि पीली नदी के किनारे 12 मिलियन तो ज़्यादा की आबादी वाले चिंगजो च हुण तक 12 लोगों की मौत हो चुकी है तो लगभग 1 लाख लोगों को सुरक्षित खेतरां च पहुँचाया गया। चीन के मौसम विभाग का कहना है कि चीन के इतिहास में 1000 सालों च यह सब तो भारी बारिश सी। अमेरिका के लोगों ने भी हड़੍ਹ का सामना किया। वाशिंगटन में जबरदस्त बारिश के कारण जगह जगह पानी देखने को मिला सी। कुछ दिन पहला ही कई चक्रवाती तूफान भी देखने को मिले सी। अफगानिस्तान विच तैनात अमेरिकी फौजां की वापसी तो बाद बाइडन प्रशासन वालों उन्हां अफगानी लोगों की सहायता मुहिम शुरू की है जिन्हां ने अमरीकी फौजां की सहायता की सी। इस मुहिम के तहत तकरीबन 2500 अफगानिस्तानी लोगों नूं अते उन्हां दे परिवारां नूं वर्जीनिया के फोर्ट ली फौजी बेस विच अस्थाई रिहाइश दी जाएगी। विदेश विभाग दीआं रिपोर्टां अनुसार इस कार्रवाई लई वीज़ा प्रक्रिया SIV के बिनेकारां दे पहले गेड़ नूं फोर्ट ली विखे अस्थाई तौर पर रखा जाएगा, जिथे वो मैडिकल जांच अते होर प्रशासकी शर्तां नूं पूरा करनगे। इन्हां 2500 अफगानां विच 700 विनेकार अते उन्हां दे परिवारक मैंबर शामिल ने। पेंटागन के प्रैस सकत्तर जॉन किर्बी अनुसार रखिया विभाग फोर्ट ली तो इलावा होर घरेलू टिकाणियां ते भी विचार कर रहा है अते विदेशी थावां दी भी बेनती करन वालियां लई विचार अधीन ने। विदेश विभाग की जानकारी अनुसार SIV दीआं अजे भी 16000 अर्जियां प्रक्रिया अधीन ने। जापान के शहर टोक्यो विच इस महीने ओलंपिक खेडां हो रही ने। इस बार दीआं ओलंपिक खेडां ते कोरोना वायरस के बदल मंडरा रहे हैं। खेडां दे शुरू होने तो पहला कई खिडारी कोरोना पीड़ित हो रहे हैं। अमेरिकी एथलीट खिडारी भी टोक्यो ओलंपिक विच भाग लै रहे हैं। अमेरिकी खिडारियों में टैनिस नाल संबंधित एक महिला खिडारी कोरोना पीड़ित होने करके ओलंपिक विच नहीं खेड सकेगी। अमेरिका की ओलंपियन टैनिस खिडारी कोको गॉफ ने ऐतवार नूं दस्सिया कि उसका कोविड-19 टेस्ट पॉजिटिव आया और वो इस हफ्ते तो शुरू होने वाली टोक्यो खेडों में नहीं खेडेगी। 17 साल की टैनिस खिडारी का यह पहला ओलंपिक सी। गॉफ अनुसार ओलंपिक विच अमेरिका वालों खेडना उसका सुपना सी अते उम्मीद है कि भविख विच इसदे होर भी बहुत सारे मौके मिलणगे। जापान विच प्रबंधकों ने दक्षिणी अफ्रीका के 2 फुटबाल खिडारियों को कोरोना वायरस होने की भी पुष्टि की। इसलिए
ਗੌਫ ਨੇ ਖੇਡਾਂ ਭਾਗ ਲੈਣ ਵਾਲੇ ਹਰੇਕ ਦੀ ਸਲਾਮਤੀ ਦੀ ਉਮੀਦ ਕੀਤੀ ਹੈ। ਭਾਰਤੀ ਅਮਰੀਕੀ ਭਾਈਚਾਰੇ ਦੀ ਇਕੱਤਰਤਾ ਦੌਰਾਨ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਭਾਰਤ ਵੱਲੋਂ ਡਾਕਟਰੀ ਖੇਤਰ ਵਿੱਚ ਕੀਤੀ ਜਾ ਰਹੀ ਪ੍ਰਗਤੀ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਭਾਰਤ ਕੁਐਡ ਗਰੁੱਪ ਦੇ ਹਿੱਸੇ ਵਜੋਂ 1 ਅਰਬ ਕੋਵਿਡ ਵੈਕਸੀਨ ਤਿਆਰ ਕਰੇਗਾ, ਜਿਸ ਵਾਸਤੇ ਅਮਰੀਕਾ ਤਕਨੀਕੀ ਸਹਾਇਤਾ ਕਰੇਗਾ, ਜਦੋਂ ਕਿ ਜਾਪਾਨ ਪੈਸਾ ਲਾਏਗਾ। ਵੱਡੇ ਪੱਧਰ ਉੱਪਰ ਟੀਕੇ ਬਣਾਉਣ ਵਿੱਚ ਆਸਟ੍ਰੇਲੀਆ ਵੀ ਲੋੜੀਂਦੀ ਮਦਦ ਕਰੇਗਾ। ਉਹਨਾਂ ਨੇ ਕਿਹਾ ਕਿ ਇਸ ਸਮੇਂ ਵਿਸ਼ਵ ਭਰ ਵਿੱਚ ਬਣ ਰਹੀਆਂ ਦਵਾਈਆਂ ਦਾ 60% ਹਿੱਸਾ ਭਾਰਤ ਤਿਆਰ ਕਰਦਾ ਹੈ। ਸਨ ਫਰਾਂਸਿਸਕੋ ਵੈਲੀ ਦੇ ਰਾਇਲ ਦਿੱਲੀ ਪੈਲੇਸ ਵਿੱਚ ਭਾਰਤੀ ਰਾਜਦੂਤ ਸੰਧੂ ਨਾਲ ਭਾਰਤੀ ਅਮਰੀਕੀ ਭਾਈਚਾਰੇ ਦੀ ਮਿਲਣੀ ਇੰਡੀਆ ਐਸੋਸੀਏਸ਼ਨ ਆਫ ਲਾਸ ਏਂਜਲਸ ਦੇ ਚੇਅਰਮੈਨ ਸੁਨੀਲ ਅਗਰਵਾਲ ਤੇ ਹੋਰ ਅਹੁਦੇਦਾਰਾਂ ਦੇ ਯਤਨਾਂ ਸਦਕਾ ਸੰਭਵ ਹੋਈ। ਸੰਧੂ ਰਾਜਦੂਤ ਦਾ ਅਹੁਦਾ ਸੰਭਾਲਣ ਉਪਰੰਤ ਪਹਿਲੀ ਵਾਰ ਕੈਲੀਫੋਰਨੀਆ ਆਏ ਸਨ। ਸੰਧੂ ਨੇ ਕਿਹਾ ਕਿ ਭਾਰਤ ਵਿੱਚ ਹਾਲ ਹੀ ਵਿੱਚ ਫੈਲੀ ਕੋਵਿਡ ਮਹਾਮਾਰੀ ਦੌਰਾਨ ਭਾਰਤ ਤੇ ਅਮਰੀਕਾ ਦੇ ਮਜ਼ਬੂਤ ਸੰਬੰਧ ਵੇਖਣ ਨੂੰ ਮਿਲੇ। ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਫੌਰੀ ਮਦਦ ਦੀ ਪੇਸ਼ਕਸ਼ ਕੀਤੀ। ਅਮਰੀਕੀ ਸਨਅਤ ਨੇ $40 ਲੱਖ ਦੀ ਮਦਦ ਕੀਤੀ, ਜਦਕਿ ਫੈਡੈਕਸ ਦੇ 4 ਜਹਾਜ਼ਾਂ ਵਿੱਚ ਅਤਿ ਜ਼ਰੂਰੀ ਮੈਡੀਕਲ ਸਾਜ਼ ਸਮਾਨ ਭੇਜਿਆ ਗਿਆ। ਉਹਨਾਂ ਨੇ ਕਿਹਾ ਕਿ ਭਵਿੱਖ ਭਾਰਤ ਦੇ ਅਮਰੀਕਾ ਦੇ ਸੰਬੰਧਾਂ ਉੱਪਰ ਨਿਰਭਰ ਕਰਦਾ ਹੈ। ਸਨ ਫਰਾਂਸਿਸਕੋ ਸਥਿਤ ਭਾਰਤ ਦੇ ਕੌਂਸਲ ਜਨਰਲ ਡਾਕਟਰ ਨਾਗੇਂਦਰ ਪ੍ਰਸਾਦ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਰਾਜਦੂਤ ਅਮਰੀਕਾ ਦੇ ਬਣੇ ਹੋਏ ਫੌਜੀ ਹੈਲੀਕਾਪਟਰਾਂ ਦੀ ਸਪੁਰਦਗੀ ਲੈਣ ਲਈ ਕੈਲੀਫੋਰਨੀਆ ਆਏ ਹਨ, ਜੋ ਹੈਲੀਕਾਪਟਰ ਭਾਰਤੀ ਸਮੁੰਦਰੀ ਫੌਜ ਦੇ ਹਵਾਲੇ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਸਮਾਗਮ ਵਿੱਚ ਵੱਡੀ ਪੱਧਰ ਉੱਪਰ ਲੋਕਾਂ ਦੀ ਸ਼ਮੂਲੀਅਤ ਭਾਰਤੀਆਂ ਦੀ ਭਾਰਤ ਪ੍ਰਤੀ ਖਿੱਚ ਦਾ ਪ੍ਰਤੀਕ ਹੈ। ਉਹਨਾਂ ਨੇ ਕਿਹਾ ਕਿ ਕੌਂਸਲ ਖਾਨਾ ਭਾਰਤੀ ਅਮਰੀਕੀਆਂ ਦੀ ਸੇਵਾ ਵਿੱਚ ਹਰ ਵੇਲੇ ਖੁੱਲ੍ਹਾ ਹੈ। ਸਮਾਗਮ ਨੂੰ ਕਾਂਗਰਸ ਦੇ ਮੈਂਬਰ ਬ੍ਰਾਡੇ ਸ਼ੇਰਮਨ ਤੇ ਜਿਮੀ ਗੋਮਸ ਨੇ ਵੀ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦਫ਼ਤਰ ਭਾਰਤੀ ਅਮਰੀਕੀ ਭਾਈਚਾਰੇ ਦੀ ਲੋੜੀਂਦੀ ਸਹਾਇਤਾ ਕਰਨ ਵਾਸਤੇ ਹਮੇਸ਼ਾ ਤਿਆਰ ਨੇ। ਭਾਰਤੀ ਮੂਲ ਦੇ 2 ਅਮਰੀਕੀ ਡਾਕਟਰ ਅਤੇ ਅਮਰੀਕਾ ਵਿੱਚ ਸਭ ਤੋਂ ਵੱਡੀ ਹਸਪਤਾਲ ਲੜੀਆਂ ਵਿੱਚ ਸ਼ਾਮਲ ਪ੍ਰਾਈਮ ਹੈਲਥ ਕੇਅਰ ਸਰਵਿਸਿਜ਼ ਮਰੀਜ਼ਾਂ ਨੂੰ ਰੈਫਰ ਕਰਨ ਲਈ ਰਿਸ਼ਵਤ ਦੇਣ ਦੇ ਦੋਸ਼ਾਂ ਦੇ ਨਿਪਟਾਰੇ ਲਈ ਕਰੀਬ $3.75 ਕਰੋੜ ਦੇਣ ਦਾ ਰਾਜ਼ੀ ਹੋ ਗਿਆ ਹੈ। ਨਿਆਂ ਵਿਭਾਗ ਨੇ ਦੱਸਿਆ ਕਿ ਇਹ ਸਮਝੌਤਾ ਇਹਨਾਂ ਦੋਸ਼ਾਂ ਤੇ ਕੀਤਾ ਗਿਆ ਹੈ ਕਿ ਪ੍ਰਾਈਮ ਹੈਲਥ ਕੇਅਰ ਸਰਵਿਸਿਜ਼ ਨੇ ਕੈਲੀਫੋਰਨੀਆ ਦੇ ਦਿਲ ਦੇ ਰੋਗ ਮਾਹਰ ਡਾਕਟਰ ਸ਼ਿਵਾ ਅਰੁਣਸਲਾਮ ਅਤੇ ਉਹਨਾਂ ਦੇ ਸਰਜਰੀ ਕੇਂਦਰ ਨੂੰ ਵੱਧ ਭੁਗਤਾਨ ਕੀਤਾ, ਕਿਉਂਕਿ ਕੰਪਨੀ ਚਾਹੁੰਦੀ ਸੀ ਕਿ ਉਹ ਮਰੀਜ਼ਾਂ ਨੂੰ ਉਸਦੇ ਕੈਲੀਫੋਰਨੀਆ ਸਥਿਤ ਡੈਜ਼ਰਟ ਵੈਲੀ ਹਸਪਤਾਲ ਵਿੱਚ ਰੈਫਰ ਕਰੇ। ਇੱਕ ਮੀਡੀਆ ਬਿਆਨ ਵਿੱਚ ਮੰਗਲਵਾਰ ਨੂੰ ਦੱਸਿਆ ਗਿਆ ਕਿ ਅਮਰੀਕਾ ਅਤੇ ਕੈਲੀਫੋਰਨੀਆ ਨੇ ਮਰੀਜ਼ਾਂ ਨੂੰ ਰੈਫਰ ਕਰਨ ਲਈ ਪ੍ਰਾਈਮ ਵੱਲੋਂ ਡਾਕਟਰ ਅਰੁਣਸਲਾਮ ਨੂੰ ਦਿੱਤੀ ਰਿਸ਼ਵਤ ਤੇ ਆਧਾਰਿਤ ਝੂਠੇ ਦਾਅਵੇ ਐਕਟ ਅਤੇ ਕੈਲੀਫੋਰਨੀਆ ਝੂਠੇ ਦਾਅਵੇ ਐਕਟ ਦੀ ਕਥਿਤ ਉਲੰਘਣਾ ਮਾਮਲੇ ਨੂੰ ਸੁਲਝਾਉਣ ਲਈ ਪ੍ਰਾਈਮ ਹੈਲਥ ਕੇਅਰ ਸਰਵਿਸਿਜ਼ ਦੇ ਸੰਸਥਾਪਕ ਡਾਕਟਰ ਪ੍ਰੇਮ ਰੈਡੀ ਅਰੁਣਸਲਾਮ ਨਾਲ ਸਮਝੌਤਾ ਕੀਤਾ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਜਾਣ ਸਮੇਂ ਕਾਂਗਰਸ ਦੇ 62 ਵਿਧਾਇਕ ਉਹਨਾਂ ਦੇ ਘਰ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਇਸ ਵਿਵਾਦ ਦੌਰਾਨ ਲਗਭਗ 62 ਕਾਂਗਰਸੀ ਵਿਧਾਇਕਾਂ ਦਾ ਸ੍ਰੀ ਸਿੱਧੂ ਦੇ ਨਾਲ ਖੜੇ ਹੋਣਾ ਉਹਨਾਂ ਲਈ ਵੱਡੀ ਤਾਕਤ ਅਤੇ ਸਮਰਥਨ ਦਾ ਪ੍ਰਗਟਾਵਾ ਹੈ। ਉਹਨਾਂ ਦੇ ਘਰ ਪੁੱਜੇ ਵਿਧਾਇਕਾਂ ਨੇ ਆਖਿਆ ਕਿ ਉਹ ਸਿੱਧੂ ਦੇ ਨਾਲ ਨੇ। ਸ੍ਰੀ ਸਿੱਧੂ ਸਮੇਤ ਕਾਂਗਰਸ ਦੇ ਵਿਧਾਇਕਾਂ ਅਤੇ ਹੋਰ ਕਾਂਗਰਸੀ ਆਗੂਆਂ ਦਾ ਇਹ ਕਾਫਲਾ ਹਰਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਨਾ ਮੰਦਿਰ ਅਤੇ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਜਾਇਆ। ਪੰਜਾਬੀ ਇੰਡਸਟਰੀ ਵਿੱਚ ਇੱਕ ਗਾਇਕ ਵਜੋਂ ਆਪਣਾ ਨਾਂ ਬਣਾਉਣ ਵਾਲੇ ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਹੈਕ ਹੋ ਗਿਆ। ਇਹ ਜਾਣਕਾਰੀ ਖੁਦ ਮਲਕੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦਿੱਤੀ। ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਮੇਰਾ ਇੰਸਟਾਗ੍ਰਾਮ ਤੇ ਫੇਸਬੁੱਕ ਅਕਾਊਂਟ ਕਿਸੇ ਅਣਪਛਾਤੇ ਵੱਲੋਂ ਹੈਕ ਕੀਤਾ ਜਾ ਚੁੱਕਾ ਹੈ। ਇਸ ਲਈ ਸਭ ਨੂੰ ਅਪੀਲ ਹੈ ਕਿ ਕੋਈ ਮੇਰੇ ਅਕਾਊਂਟ ਤੇ ਮੈਸੇਜ ਨਾ ਕਰੇ, ਨਾ ਹੀ ਮੇਰੇ ਅਕਾਊਂਟ ਤੋਂ ਹੋਣ ਵਾਲੀ ਕਿਸੇ ਪੋਸਟ ਤੇ ਕੋਈ ਪ੍ਰਤੀਕਿਰਿਆ ਦੇਵੇ। ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ ਸਾਈਬਰ ਕ੍ਰਾਈਮ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਮੀਦ ਹੈ ਕਿ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ। ਮੈਂ ਜਲਦੀ ਹੀ ਇਸ ਮਾਮਲੇ ਦੇ ਹੱਲ ਹੋਣ ਤੋਂ ਬਾਅਦ ਲਾਈਵ ਹੋ ਕੇ ਸਭ ਨੂੰ ਜਾਣਕਾਰੀ ਦੇਵਾਂਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜਕੱਲ ਸਾਈਬਰ ਕ੍ਰਾਈਮ ਪੀਕ ਤੇ ਨੇ, ਇਸ ਲਈ ਤੁਹਾਨੂੰ ਵੀ ਸੁਰੱਖਿਅਤ ਰਹਿਣ ਦੀ ਲੋੜ ਹੈ। ਮਲਕੀਤ ਸਿੰਘ ਪੰਜਾਬ ਦੇ ਨਕੋਦਰ 'ਚ ਜਸਪਾਲ ਇੱਕ ਮਸ਼ਹੂਰ ਪੰਜਾਬੀ ਗਾਇਕ ਹੈ ਜੋ ਇਸ ਸਮੇਂ ਕੈਨੇਡਾ ਵਿਖੇ ਰਹਿ ਰਹੇ ਨੇ। ਉਹਨਾਂ ਨੇ ਬਹੁਤ ਸਾਰੇ ਹਿੱਟ ਗਾਣੇ ਦਿੱਤੇ ਹਨ, ਜਿਨ੍ਹਾਂ ਵਿੱਚ ਗੁੜ ਨਾਲੋਂ ਇਸ਼ਕ ਮਿੱਠਾ ਆਦਿ ਸ਼ਾਮਲ ਨੇ। ਪੰਜਾਬ ਦੇ ਸੰਸਦ ਮੈਂਬਰ ਹਰਸਿਮਰਤ ਬਾਦਲ, ਮਨੀਸ਼ ਤਿਵਾੜੀ ਤੇ ਭਗਵੰਤ ਮਾਨ ਨੇ ਲਗਾਤਾਰ ਦੂਜੇ ਦਿਨ ਲੋਕ ਸਭਾ ਵਿੱਚ ਧਿਆਨ ਦਿਵਾਓ ਮਤਾ ਪੇਸ਼ ਕਰਦਿਆਂ
ਸਪੀਕਰ ਓਮ ਵਿਰਲਾ ਨੂੰ ਸਦਨ ਮੁਲਤਵੀ ਕਰਨ ਤੇ ਅੰਦੋਲਨਕਾਰੀ ਕਿਸਾਨਾਂ ਦੀਆਂ ਚਿੰਤਾਵਾਂ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ। ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਇਕਜੁੱਟ ਨਜ਼ਰ ਆਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਮੁੱਦਾ ਤੁਰੰਤ ਉਠਾਇਆ ਜਾਣਾ ਚਾਹੀਦਾ ਹੈ, ਕਿਉਂਕਿ ਕਿਸਾਨ ਕਾਲੇ ਖੇਤ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਰੋਧ ਕਰ ਰਹੇ ਨੇ ਤੇ ਦਬਾਅ ਬਣਾ ਰਹੇ ਨੇ। ਉਹਨਾਂ ਸੋਮਵਾਰ ਨੂੰ ਭੇਜੇ ਗਏ ਨੋਟਿਸ ਨੂੰ ਦੁਹਰਾਇਆ ਜਦੋਂ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਮੁਲਾਕਾਤ ਹੋਈ ਤੇ ਕਿਹਾ ਕਿ ਅੰਦੋਲਨ ਦੌਰਾਨ ਮਾਰੇ ਗਏ ਸੈਂਕੜੇ ਕਿਸਾਨਾਂ ਨੂੰ ਸ਼ਹੀਦਾਂ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਤੇ ਸਦਨ ਨੂੰ ਯਾਦ ਰੱਖਣਾ ਚਾਹੀਦਾ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰਨ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।